ਸਤਿ ਸ੍ਰੀ ਅਕਾਲ। ਕਦੇ ਸੋਚਿਆ ਹੈ ਕਿ ਆਪਾਂ ਸਾਰੀ ਜ਼ਿੰਦਗੀ ਖੁਸ਼ੀ ਦਾ ਪਿੱਛਾ ਕਿਉਂ ਕਰਦੇ ਰਹਿੰਦੇ ਹਾਂ? ਪਰ ਜੇ ਮੈਂ ਕਹਾਂ ਕਿ ਖੁਸ਼ੀ ਕੋਈ ਮੰਜ਼ਿਲ ਹੈ ਹੀ ਨਹੀਂ, ਸਗੋਂ ਇਹ ਤਾਂ ਸਾਡੀ ਸ਼ੁਰੂਆਤ ਹੈ, ਸਾਡਾ ਡਿਫਾਲਟ ਸੈਟਿੰਗ ਹੈ। ਅੱਜ ਆਪਾਂ ਇਸੇ ਗੱਲ ਦੀ ਗਹਿਰਾਈ ਵਿੱਚ ਜਾਵਾਂਗੇ ਕਿ ਚੰਗਾ ਮਹਿਸੂਸ ਕਰਨਾ ਸਾਡਾ ਕੁਦਰਤੀ ਸੁਭਾਅ ਹੈ, ਜਿਸ ਨੂੰ ਸ਼ਾਇਦ ਅਸੀਂ ਕਿਤੇ ਭੁੱਲ ਬੈਠੇ ਹਾਂ। ਜ਼ਰਾ ਇੱਕ ਬੱਚੇ ਬਾਰੇ ਸੋਚੋ। ਉਹ ਬਿਨਾਂ ਕਿਸੇ ਵਜ੍ਹਾ ਦੇ ਖਿੜਖਿੜਾ ਕੇ ਹੱਸ ਪੈਂਦਾ ਹੈ। ਉਸ ਨੂੰ ਖੁਸ਼ ਹੋਣ ਲਈ ਨਾ ਕੋਈ ਨਵਾਂ ਖਿਡੌਣਾ ਚਾਹੀਦਾ ਹੈ, ਨਾ ਕਿਸੇ ਦੀ ਤਾਰੀਫ। ਉਸ ਦੀ ਖੁਸ਼ੀ ਬਸ ਹੈ, ਬਿਨਾਂ ਕਿਸੇ ਸ਼ਰਤ ਦੇ। ਇਹ ਸਾਧਾਰਨ ਜਿਹਾ ਦ੍ਰਿਸ਼ ਅਸਲ ਵਿੱਚ ਇੱਕ ਬਹੁਤ ਹੀ ਡੂੰਘੇ ਸੱਚ ਵੱਲ ਇਸ਼ਾਰਾ ਕਰ ਰਿਹਾ ਹੈ, ਜਿਸ ਨੂੰ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਦੇਖੋ, ਇੱਥੇ ਦੋ ਬਿਲਕੁਲ ਵੱਖਰੀਆਂ ਦੁਨੀਆਵਾਂ ਹਨ। ਇੱਕ ਪਾਸੇ ਹੈ ਇੱਕ ਬੱਚੇ ਦੀ ਬੇਫਿਕਰ ਬਿਨਾਂ ਸ਼ਰਤਾਂ ਵਾਲੀ ਖੁਸ਼ੀ, ਤੇ ਦੂਜੇ ਪਾਸੇ ਹੈ ਸਾਡੀ ਯਾਨੀ ਵੱਡਿਆਂ ਦੀ ਦੁਨੀਆ, ਜਿੱਥੇ ਖੁਸ਼ੀ ਸ਼ਰਤਾਂ 'ਚ ਬੱਝੀ ਹੋਈ ਹੈ। ਜੇ ਮੈਨੂੰ ਨੌਕਰੀ ਮਿਲ ਗਈ ਤਾਂ ਖੁਸ਼ ਹੋਵਾਂਗਾ, ਜੇ ਮੈਂ ਉਹ ਘਰ ਖਰੀਦ ਲਿਆ ਤਾਂ ਖੁਸ਼ ਹੋਵਾਂਗਾ। ਅਸੀਂ ਆਪਣੀ ਖੁਸ਼ੀ ਨੂੰ ਜੇ ਤਾਂ ਵਾਲੇ ਫਾਰਮੂਲਿਆਂ ਵਿੱਚ ਕੈਦ ਕਰ ਲਿਆ ਹੈ, ਇਹ ਭੁੱਲ ਕੇ ਕਿ ਇਹ ਕਦੇ ਆਜ਼ਾਦ ਹੁੰਦੀ ਸੀ। ਇਹ ਫਰਕ ਬਹੁਤ ਮਾਮੂਲੀ ਲੱਗਦਾ ਹੈ, ਪਰ ਹੈ ਬਹੁਤ ਡੂੰਘਾ। ਇੱਕ ਬੱਚਾ ਮੁਸਕਰਾਉਂਦਾ ਹੈ ਕਿਉਂਕਿ ਮੁਸਕਰਾਉਣਾ ਉਸ ਦਾ ਸੁਭਾਅ ਹੈ, ਪਰ ਇੱਕ ਬਾਲਕ ਉਹ ਮੁਸਕਰਾਉਣ ਲਈ ਵਜ੍ਹਾ ਲੱਭਦਾ ਹੈ, ਜਿਵੇਂ ਅਸੀਂ ਖੁਸ਼ ਹੋਣ ਲਈ ਵੀ ਕਿਸੇ ਤੋਂ ਇਜਾਜ਼ਤ ਮੰਗ ਰਹੇ ਹੋਈਏ। ਕਦੇ ਸਮਾਂ ਸੀ ਜਦੋਂ ਖੁਸ਼ੀ ਪਹਿਲਾਂ ਆਉਂਦੀ ਸੀ ਅਤੇ ਬਾਕੀ ਸਭ ਕੁਝ ਬਾਅਦ ਵਿੱਚ। ਪਰ ਹੁਣ ਖੁਸ਼ੀ ਇੱਕ ਨਤੀਜਾ ਬਣ ਗਈ ਹੈ ਜੋ ਸਾਡੀਆਂ ਪ੍ਰਾਪਤੀਆਂ ਤੇ ਨਿਰਭਰ ਕਰਦੀ ਹੈ। ਜੇ ਮੈਂ ਇਹ ਕਰ ਲਿਆ ਤਾਂ ਮੈਂ ਖੁਸ਼ ਹੋਵਾਂਗਾ। ਇਹ ਇੱਕ ਛੋਟੀ ਜਿਹੀ ਸ਼ਰਤ ਸਾਡੇ ਅਤੇ ਸਾਡੀ ਕੁਦਰਤੀ ਅਵਸਥਾ ਦੇ ਵਿਚਕਾਰ ਇੱਕ ਬਹੁਤ ਵੱਡੀ ਕੰਧ ਬਣ ਗਈ ਹੈ। ਤੇ ਇਹ ਅਸਲ ਗੱਲ, ਕੁਦਰਤ ਨੇ ਸਾਨੂੰ ਖੁਸ਼ੀ ਦਿੱਤੀ ਸੀ, ਇੱਕ ਤੋਹਫੇ ਵਾਂਗ, ਬਿਨਾਂ ਕਿਸੇ ਕੀਮਤ, ਬਿਨਾਂ ਕਿਸੇ ਸ਼ਰਤ ਦੇ। ਪਰ ਸਮਾਜ ਨੇ ਸਾਨੂੰ ਖੁਸ਼ੀ ਲਈ ਸ਼ਰਤਾਂ ਦੀ ਇੱਕ ਲੰਬੀ ਲਿਸਟ ਫੜਾ ਦਿੱਤੀ, ਇੱਕ ਅਜਿਹਾ ਕੰਟਰੈਕਟ ਜਿਸ ਵਿੱਚ ਲਿਖਿਆ ਹੈ ਕਿ ਸਾਨੂੰ ਕਦੋਂ ਅਤੇ ਕਿਉਂ ਖੁਸ਼ ਹੋਣ ਦਾ ਹੱਕ ਹੈ। ਤਾਂ ਫਿਰ ਜੇ ਇਹ ਸਾਰੀਆਂ ਸ਼ਰਤਾਂ ਬਾਹਰੋਂ ਆਈਆਂ ਹਨ ਤਾਂ ਸਾਡੇ ਅੰਦਰ ਕੀ ਹੈ? ਕੀ ਸਾਡੇ ਅੰਦਰ ਕੋਈ ਅਜਿਹਾ ਸਿਸਟਮ ਹੈ ਜੋ ਇਨ੍ਹਾਂ ਸ਼ਰਤਾਂ ਤੋਂ ਆਜ਼ਾਦ ਹੈ? ਬਿਲਕੁਲ ਹੈ। ਆਓ ਹੁਣ ਆਪਣੇ ਉਸੇ ਅੰਦਰੂਨੀ ਫੀਲ ਗੁੱਡ ਸਿਸਟਮ ਨੂੰ ਮੁੜ ਤੋਂ ਖੋਜੀਏ ਜੋ ਹਮੇਸ਼ਾ ਤੋਂ ਸਾਡੇ ਨਾਲ ਸੀ। ਸੋ ਇਹ ਅੰਦਰੂਨੀ ਸਿਸਟਮ ਹੈ ਕੀ? ਇਸ ਨੂੰ ਇਸ ਤਰ੍ਹਾਂ ਸਮਝੋ, ਸਾਡੀਆਂ ਭਾਵਨਾਵਾਂ ਮੌਸਮ ਵਾਂਗ ਹਨ, ਕਦੇ ਧੁੱਪ, ਕਦੇ ਬੱਦਲ। ਪਰ ਇਹ ਅੰਦਰੂਨੀ ਸਿਸਟਮ ਇਹ ਆਸਮਾਨ ਵਾਂਗ ਹੈ ਜੋ ਹਮੇਸ਼ਾ ਉੱਥੇ ਹੀ ਰਹਿੰਦਾ ਹੈ, ਸਥਿਰ, ਭਾਵੇਂ ਮੌਸਮ ਜੋ ਮਰਜ਼ੀ ਹੋਵੇ। ਇਹ ਇੱਕ ਸਥਾਈ ਸ਼ਾਂਤੀ ਹੈ, ਨਾ ਕਿ ਕੋਈ ਬਦਲਦਾ ਹੋਇਆ ਮਾਹੌਲ। ਇਸ ਨੂੰ ਸਮਝਣ ਦਾ ਸਭ ਤੋਂ ਸੌਖਾ ਤਰੀਕਾ ਹੈ ਸਾਹ ਲੈਣਾ। ਕੀ ਅਸੀਂ ਸਾਹ ਲੈਣ ਬਾਰੇ ਸੋਚਦੇ ਹਾਂ? ਨਹੀਂ ਨਾ, ਇਹ ਬਸ ਆਪਣੇ ਆਪ ਹੁੰਦਾ ਹੈ। ਸਾਡਾ ਸਰੀਰ ਜਾਣਦਾ ਹੈ ਕਿ ਇਹ ਕਿਵੇਂ ਕਰਨਾ ਹੈ। ਠੀਕ ਇਸੇ ਤਰ੍ਹਾਂ ਚੰਗਾ ਮਹਿਸੂਸ ਕਰਨਾ ਵੀ ਸਾਡਾ ਕੁਦਰਤੀ ਸੁਭਾਅ ਹੈ। ਸਾਨੂੰ ਇਸ ਨੂੰ ਕਰਨ ਦੀ ਲੋੜ ਨਹੀਂ, ਸਿਰਫ ਇਸ ਨੂੰ ਹੋਣ ਦੇਣ ਦੀ ਲੋੜ ਹੈ। ਜਾਂ ਫਿਰ ਆਪਣੇ ਦਿਲ ਦੀ ਧੜਕਣ ਬਾਰੇ ਸੋਚੋ। ਇਹ ਦਿਨ-ਰਾਤ ਬਿਨਾਂ ਸਾਡੀ ਕਿਸੇ ਕੋਸ਼ਿਸ਼ ਦੇ ਲਗਾਤਾਰ ਚੱਲਦੀ ਰਹਿੰਦੀ ਹੈ। ਇਹ ਸਾਡੀ ਜ਼ਿੰਦਗੀ ਦਾ ਆਧਾਰ ਹੈ। ਬਿਲਕੁਲ ਇਸੇ ਤਰ੍ਹਾਂ ਸ਼ਾਂਤੀ ਅਤੇ ਸਕੂਨ ਦੀ ਭਾਵਨਾ ਸਾਡੇ ਮਨ ਦਾ ਕੁਦਰਤੀ ਆਧਾਰ ਹੈ, ਜੋ ਹਮੇਸ਼ਾ ਮੌਜੂਦ ਰਹਿੰਦੀ ਹੈ, ਭਾਵੇਂ ਅਸੀਂ ਉਸ ਵੱਲ ਧਿਆਨ ਦੇਈਏ ਜਾਂ ਨਾ। ਇਸ ਲਈ ਅਸਲ ਕੰਮ ਕੁਝ ਹਾਸਿਲ ਕਰਨਾ ਹੈ ਹੀ ਨਹੀਂ, ਸਗੋਂ ਸਿਰਫ ਕੁਝ ਯਾਦ ਕਰਨਾ ਹੈ। ਸਾਨੂੰ ਬਾਹਰ ਕੁਝ ਵੀ ਲੱਭਣ ਦੀ ਲੋੜ ਨਹੀਂ। ਸਾਨੂੰ ਸਿਰਫ ਆਪਣੇ ਅੰਦਰ ਉਸ ਥਾਂ ਨੂੰ ਯਾਦ ਕਰਨਾ ਹੈ ਜੋ ਹਮੇਸ਼ਾ ਤੋਂ ਸ਼ਾਂਤ ਅਤੇ ਸੰਪੂਰਨ ਰਹੀ ਹੈ। ਦੇਖੋ, ਸਾਨੂੰ ਜਨਮ ਤੋਂ ਸਾਹ ਲੈਣ ਲਈ ਕਿਸੇ ਟ੍ਰੇਨਿੰਗ ਦੀ ਲੋੜ ਨਹੀਂ ਸੀ। ਇਸੇ ਤਰ੍ਹਾਂ ਚੰਗਾ ਮਹਿਸੂਸ ਕਰਨ ਲਈ ਸਾਨੂੰ ਕਿਸੇ ਬਾਹਰੀ ਘਟਨਾ ਜਾਂ ਪ੍ਰਾਪਤੀ ਦੀ ਲੋੜ ਨਹੀਂ ਹੈ। ਇਹ ਸਾਡੇ ਅੰਦਰ ਪਹਿਲਾਂ ਤੋਂ ਹੀ ਮੌਜੂਦ ਹੈ। ਅਸੀਂ ਅਕਸਰ ਖੁਸ਼ੀ ਨੂੰ ਇੱਕ ਪ੍ਰਕਿਰਿਆ ਸਮਝਦੇ ਹਾਂ, ਇੱਕ ਲੰਬੀ ਪੌੜੀ ਜਿਸ ਤੇ ਸਾਨੂੰ ਚੜ੍ਹਨਾ ਹੈ। ਪਰ ਅਸਲੀਅਤ ਇਹ ਹੈ ਕਿ ਇਹ ਕੋਈ ਪ੍ਰਕਿਰਿਆ ਨਹੀਂ, ਇਹ ਇੱਕ ਅਵਸਥਾ ਹੈ, ਇੱਕ ਅਜਿਹੀ ਥਾਂ ਜਿੱਥੇ ਅਸੀਂ ਪਹਿਲਾਂ ਤੋਂ ਹੀ ਖੜੇ ਹੋ ਸਕਦੇ ਹਾਂ। ਗੱਲ ਚੜ੍ਹਨ ਦੀ ਨਹੀਂ, ਸਿਰਫ ਮਹਿਸੂਸ ਕਰਨ ਦੀ ਹੈ। ਇਸੇ ਗੱਲ ਨੂੰ ਮਸ਼ਹੂਰ ਅਧਿਆਤਮਿਕ ਗੁਰੂ ਏਕਹਾਰਟ ਟੋਲੇ ਬਹੁਤ ਹੀ ਸੋਹਣੇ ਢੰਗ ਨਾਲ ਕਹਿੰਦੇ ਨੇ, ਅਸਲ ਸ਼ਾਂਤੀ ਅੰਦਰ ਹੈ ਅਤੇ ਇਹ ਕਿਸੇ ਵੀ ਚੀਜ਼ ਤੇ ਨਿਰਭਰ ਨਹੀਂ ਕਰਦੀ। ਇਹ ਸ਼ਬਦ ਸਾਨੂੰ ਯਾਦ ਦਿਲਵਾਉਂਦੇ ਹਨ ਕਿ ਜਦੋਂ ਅਸੀਂ ਬਾਹਰੀ ਚੀਜ਼ਾਂ ਤੇ ਨਿਰਭਰ ਹੋਣਾ ਛੱਡ ਦਿੰਦੇ ਹਾਂ ਤਾਂ ਸਾਨੂੰ ਉਹ ਸ਼ਾਂਤੀ ਮਿਲਦੀ ਹੈ ਜੋ ਹਮੇਸ਼ਾ ਤੋਂ ਸਾਡੀ ਸੀ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਜੇ ਇਹ ਅਵਸਥਾ ਇੰਨੀ ਕੁਦਰਤੀ ਹੈ ਤਾਂ ਅਸੀਂ ਇਸ ਤੋਂ ਇੰਨੇ ਦੂਰ ਕਿਉਂ ਹੋ ਗਏ? ਇਸ ਭੁੱਲ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਸਮਾਜਿਕ ਕੰਡੀਸ਼ਨਿੰਗ ਅਤੇ ਖਾਸ ਕਰਕੇ ਮਾਰਕੀਟਿੰਗ ਦੁਆਰਾ ਬਣਾਇਆ ਗਿਆ ਇੱਕ ਝੂਠ, ਜਿਸ ਤੋਂ ਸਾਨੂੰ ਆਜ਼ਾਦ ਹੋਣ ਦੀ ਲੋੜ ਹੈ। ਸਾਲਾਂ ਤੋਂ ਮਾਰਕੀਟਿੰਗ ਨੇ ਸਾਡੇ ਦਿਮਾਗ ਵਿੱਚ ਇੱਕੋ ਗੱਲ ਪਾਈ ਹੈ, ਜੇ ਤੁਸੀਂ ਉਦਾਸ ਹੋ ਤਾਂ ਕੁਝ ਖਰੀਦ ਲਓ, ਠੀਕ ਹੋ ਜਾਓਗੇ। ਉਹ ਸਾਨੂੰ ਸਿਖਾਉਂਦੇ ਹਨ ਕਿ ਖੁਸ਼ੀ ਇੱਕ ਉਤਪਾਦ ਹੈ। ਪਰ ਹੁਣ ਇੱਕ ਨਵਾਂ, ਇੱਕ ਬਹੁਤ ਹੀ ਸ਼ਕਤੀਸ਼ਾਲੀ ਵਿਚਾਰ ਸਾਹਮਣੇ ਆ ਰਿਹਾ ਹੈ। ਪਹਿਲਾਂ ਆਪਣੀ ਅੰਦਰੂਨੀ ਸ਼ਾਂਤੀ ਲੱਭੋ ਅਤੇ ਫਿਰ ਉਸ ਸ਼ਾਂਤੀ ਦੀ ਸਥਿਤੀ ਵਿੱਚੋਂ ਫੈਸਲਾ ਕਰੋ ਕਿ ਕੀ ਖਰੀਦਣਾ ਹੈ।
ਇਸ ਦਾ ਮਤਲਬ ਹੈ ਬਿਲਕੁਲ ਨਹੀਂ ਕਿ ਚੀਜ਼ਾਂ ਖਰੀਦਣਾ ਗਲਤ ਹੈ। ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਚੀਜ਼ਾਂ ਤੋਂ ਉਹ ਉਮੀਦ ਰੱਖਦੇ ਹਾਂ ਜੋ ਉਹ ਕਦੇ ਪੂਰੀ ਨਹੀਂ ਕਰ ਸਕਦੀਆਂ। ਅਸਲ ਟਿਕਾਊ ਖੁਸ਼ੀ ਕੋਈ ਚੀਜ਼ ਨਹੀਂ ਹੈ ਜਿਸ ਨੂੰ ਸ਼ਾਪਿੰਗ ਕਾਰਟ ਵਿੱਚ ਪਾਇਆ ਜਾ ਸਕੇ। ਇਹ ਤਾਂ ਇੱਕ ਅੰਦਰੂਨੀ ਅਹਿਸਾਸ ਹੈ। ਸੋਚ ਕੇ ਦੇਖੋ, ਅਸੀਂ ਖੁਸ਼ੀ ਨੂੰ ਇੱਕ ਗੁਆਚੇ ਹੋਏ ਖਜ਼ਾਨੇ ਵਾਂਗ ਲੱਭ ਰਹੇ ਹਾਂ, ਜਦਕਿ ਅਸਲੀਅਤ ਇਹ ਹੈ ਕਿ ਉਹ ਖਜ਼ਾਨਾ ਸਾਡੇ ਅੰਦਰ ਹੀ ਹੈ। ਸਾਨੂੰ ਬਾਹਰ ਨਕਸ਼ੇ ਦੀ ਲੋੜ ਨਹੀਂ, ਸਾਨੂੰ ਸਿਰਫ ਅੰਦਰ ਝਾਕਣ ਵਾਲੇ ਸ਼ੀਸ਼ੇ ਦੀ ਲੋੜ ਹੈ। ਤਾਂ ਫਿਰ ਸ਼ਕਤੀਸ਼ਾਲੀ ਚੋਣ ਕੀ ਹੈ? ਇਹ ਇੱਕ ਬਹੁਤ ਹੀ ਸੌਖਾ ਜਿਹਾ 2 ਕਦਮਾਂ ਵਾਲਾ ਤਰੀਕਾ ਹੈ। ਪਹਿਲਾ ਕਦਮ, ਕੋਈ ਵੀ ਕੰਮ ਕਰਨ ਜਾਂ ਕੁਝ ਵੀ ਖਰੀਦਣ ਤੋਂ ਪਹਿਲਾਂ ਇੱਕ ਪਲ ਲਈ ਰੁਕੋ ਅਤੇ ਆਪਣੀ ਉਸ ਕੁਦਰਤੀ ਸ਼ਾਂਤ ਅਵਸਥਾ ਵਿੱਚ ਵਾਪਸ ਆਓ। ਦੂਜਾ ਕਦਮ, ਫਿਰ ਉਸ ਸਪਸ਼ਟਤਾ ਅਤੇ ਸ਼ਾਂਤੀ ਦੀ ਥਾਂ ਤੋਂ ਕੰਮ ਕਰੋ। ਤੁਹਾਡੇ ਫੈਸਲੇ ਆਪਣੇ ਆਪ ਬਿਹਤਰ ਹੋ ਜਾਣਗੇ। ਅਤੇ ਇਹੀ ਗੱਲ ਸਾਨੂੰ ਸਾਡੇ ਸਭ ਤੋਂ ਮਹੱਤਵਪੂਰਨ ਕੰਮ ਵੱਲ ਲੈ ਕੇ ਜਾਂਦੀ ਹੈ, ਆਪਣੀ ਚੰਗਾ ਮਹਿਸੂਸ ਕਰਨ ਦੀ ਆਜ਼ਾਦੀ ਨੂੰ ਵਾਪਸ ਹਾਸਲ ਕਰਨਾ। ਇਹ ਕੁਝ ਨਵਾਂ ਪਾਉਣਾ ਨਹੀਂ, ਸਗੋਂ ਆਪਣੇ ਉਸ ਜਨਮਸਿੱਧ ਅਧਿਕਾਰ ਨੂੰ ਯਾਦ ਕਰਨਾ ਜੋ ਹਮੇਸ਼ਾ ਸਾਡਾ ਸੀ। ਇਸ ਦੀ ਤੁਲਨਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਜਿਵੇਂ ਗਾਂਧੀ ਜੀ ਨੇ ਭਾਰਤ ਨੂੰ ਉਸ ਦੀ ਬਾਹਰੀ ਆਜ਼ਾਦੀ ਯਾਦ ਦਿਲਾਈ ਸੀ, ਉਸੇ ਤਰ੍ਹਾਂ ਸਾਨੂੰ ਇੱਕ ਦੂਜੇ ਨੂੰ ਆਪਣੀ ਅੰਦਰੂਨੀ ਚੰਗਾ ਮਹਿਸੂਸ ਕਰਨ ਦੀ ਆਜ਼ਾਦੀ ਯਾਦ ਦਿਵਾਉਣੀ ਪਵੇਗੀ। ਇਹ ਇੱਕ ਅੰਦਰੂਨੀ ਆਜ਼ਾਦੀ ਦੀ ਲਹਿਰ ਹੈ। ਤਾਂ ਆਓ ਅੱਜ ਇੱਕ ਨਵਾਂ ਐਲਾਨ ਕਰੀਏ, ਇੱਕ ਨਾਰਾ ਜਿਸ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ। ਹਰ ਪਲ ਚੰਗਾ ਮਹਿਸੂਸ ਕਰਨਾ ਮੇਰਾ ਜਨਮਸਿੱਧ ਅਧਿਕਾਰ ਹੈ। ਇਸ ਲਾਈਨ ਨੂੰ ਸਿਰਫ ਸੁਣੋ ਨਾ, ਇਸ ਨੂੰ ਆਪਣੇ ਅੰਦਰ ਉਤਾਰੋ, ਇਸ ਨੂੰ ਮਹਿਸੂਸ ਕਰੋ, ਕਿਉਂਕਿ ਇਹੀ ਸੱਚ ਹੈ। ਤਾਂ ਚਲੋ ਮੁੱਖ ਗੱਲਾਂ ਨੂੰ ਇੱਕ ਵਾਰ ਫਿਰ ਤੋਂ ਦੁਹਰਾ ਲਈਏ। ਇਹ ਕੁਦਰਤੀ ਅਤੇ ਅੰਦਰੂਨੀ ਹੈ। ਇਹ ਹੁਣੇ ਇਸੇ ਪਲ ਮੌਜੂਦ ਹੈ ਜਿਵੇਂ ਸਾਡਾ ਸਾਹ। ਇਸ ਲਈ ਕਿਸੇ ਟ੍ਰੇਨਿੰਗ, ਕਿਸੇ ਸ਼ਰਤ ਜਾਂ ਕਿਸੇ ਕਾਰਨ ਦੀ ਲੋੜ ਨਹੀਂ। ਅਤੇ ਸਭ ਤੋਂ ਜ਼ਰੂਰੀ ਗੱਲ, ਇਹ ਤੁਹਾਡਾ 24 ਘੰਟੇ 7 ਦਿਨ ਦਾ ਜਨਮਸਿੱਧ ਅਧਿਕਾਰ ਹੈ। ਤਾਂ ਹੁਣ ਕਰਨਾ ਕੀ ਹੈ? ਇੱਥੇ 3 ਬਹੁਤ ਹੀ ਸੌਖੇ ਕਦਮ ਹਨ। ਪਹਿਲਾ, ਹਰ ਰੋਜ਼ ਇੱਕ ਡੂੰਘਾ ਸਾਹ ਲਓ ਅਤੇ ਆਪਣੇ ਆਪ ਨੂੰ ਕਹੋ, ਮੈਂ ਚੰਗਾ ਮਹਿਸੂਸ ਕਰ ਸਕਦਾ ਹਾਂ ਕਿਉਂਕਿ ਮੈਂ ਹਾਂ। ਦੂਜਾ, ਅਗਲੀ ਵਾਰ ਜਦੋਂ ਕੁਝ ਖਰੀਦਣ ਲੱਗੋ ਤਾਂ ਇੱਕ ਪਲ ਰੁਕੋ। ਪਹਿਲਾਂ ਆਪਣੇ ਅੰਦਰ ਸ਼ਾਂਤੀ ਮਹਿਸੂਸ ਕਰੋ, ਫਿਰ ਫੈਸਲਾ ਕਰੋ। ਅਤੇ ਤੀਜਾ, ਇਸ ਵਿਚਾਰ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਯਾਦ ਕਰੋ ਤਾਂ ਜੋ ਇਹ ਯਾਦ ਪੱਕੀ ਹੋ ਜਾਵੇ। ਅਤੇ ਅੰਤ ਵਿੱਚ, ਜੇ ਅੱਜ ਦੀ ਇਸ ਸਾਰੀ ਗੱਲਬਾਤ ਵਿੱਚੋਂ ਸਿਰਫ ਇੱਕ ਗੱਲ ਯਾਦ ਰੱਖਣੀ ਹੋਵੇ ਤਾਂ ਉਹ ਇਹ ਹੈ, ਚੰਗਾ ਮਹਿਸੂਸ ਕਰਨਾ ਸਿੱਖਣਾ ਨਹੀਂ ਹੈ, ਸਿਰਫ ਯਾਦ ਕਰਨਾ ਹੈ। ਇਹ ਕੋਈ ਹੁਨਰ ਨਹੀਂ ਜਿਸ ਵਿੱਚ ਮਾਹਿਰ ਬਣਨਾ ਹੈ, ਸਗੋਂ ਇਹ ਕੁਦਰਤ ਦਾ ਇੱਕ ਤੋਹਫਾ ਹੈ ਜਿਸ ਨੂੰ ਮੁੜ ਤੋਂ ਗਲੇ ਲਗਾਉਣਾ ਹੈ।